गुड मॉर्निंग स्टूडेंट्स। ਆਪਾਂ ਨੈਕਸਟ ਚੈप्टर ਕਰਨਾ ਹੈਗਾ ਗ੍ਰਾਫ ਥਿਊਰੀ। ਠੀਕ ਹੈ, ਗ੍ਰਾਫ ਥਿਊਰੀ ਦੇ ਵਿੱਚ ਆਪਾਂ ਨੇ ਕੀ ਕਰਨਾ ਹੈਗਾ ਵੀ ਆਪਣੇ ਕੋਲੇ ਗ੍ਰਾਫ ਕੀ ਹੁੰਦਾ ਜਿਸ ਦੇ ਵਿੱਚ ਆਪਾਂ ਵਰਟੈਕਸ ਨੂੰ ਐਜਿਸ ਨਾਲ ਮੈਚ ਕਰਦੇ ਹਾਂ। ਇੱਕ ਗ੍ਰਾਫ ਆਪਣੇ ਕੋਲੇ ਡਾਇਰੈਕਟਡ ਗ੍ਰਾਫ ਜਾਂ ਅਨਡਾਇਰੈਕਟਡ, ਠੀਕ ਹੈ, ਉਸ ਨੂੰ ਆਪਾਂ ਡਾਇਗਰਾਮ ਦੇ ਵਿੱਚ ਰਿਪਰੈਜ਼ੈਂਟ ਕਰੀਏ। ਵਰਟੈਕਸ ਨੂੰ ਐਜਿਸ ਨਾਲ ਜੁਆਇਨ ਕਰੀਏ, ਉਸ ਨੂੰ ਕਹਿੰਦੇ ਆਪਾਂ ਗ੍ਰਾਫ, ਜਿਸ ਦੇ ਵਿੱਚ ਵੀ ਜੀ ਮੀਨਸ ਕੀ ਹੈ ਵਰਟੈਕਸ ਸੈੱਟ ਐਂਡ ਈਜੀ ਮੀਨਸ ਕੀ ਹੈਗਾ ਆਪਣੇ ਕੋਲੇ ਐਜ ਸੈੱਟ। ਹਰ ਇੱਕ ਵਰਟੈਕਸ ਨੂੰ ਦੇਖੋ, ਜਿੱਦਾਂ ਆਪਣੇ ਕੋਲੇ 4 ਵਰਟੈਕਸ ਨੇ, ਹਰ ਇੱਕ ਵਰਟੈਕਸ ਨੂੰ ਹਰ ਇੱਕ ਐਜ ਨਾਲ ਆਪਾਂ ਮੈਚ ਕਰ ਸਕਦੇ ਹੈਗੇ। ਠੀਕ ਹੈ, ਇਸ ਲਈ ਆਪਾਂ ਕਹਿੰਦੇ ਹੈਗੇ ਜੋ ਐਜਿਸ ਹੁੰਦੀਆਂ ਨੇ ਉਹ ਵਰਟੈਕਸ ਦੀਆਂ ਕੀ ਨੇਗੇ ਕਾਰਟੀਜ਼ਨ ਪ੍ਰੋਡਕਟ ਦਾ ਸਬਸੈਟ ਹੁੰਦੀਆਂ ਨੇ। ਸੈਕਿੰਡ ਆ ਤੁਹਾਡੇ ਕੋਲੇ ਡਾਇਰੈਕਟਡ ਗ੍ਰਾਫ। ਡਾਇਰੈਕਟਡ ਗ੍ਰਾਫ ਦਾ ਮਤਲਬ ਕੀ ਹੈ ਵੀ ਆਪਾਂ ਨੂੰ ਪੋਜੀਸ਼ਨ ਪਤਾ ਲੱਗੇ ਕਿਹੜੇ ਪੁਆਇੰਟ ਤੋਂ ਆਪਾਂ ਕਿੱਥੇ ਜਾ ਰਹੇ ਹਾਂ। ਜਿੱਦਾਂ ਦੇਖੋ A ਤੋਂ ਆਪਾਂ C ਜਾ ਰਹੇ ਹਾਂ, A ਤੋਂ ਆਪਾਂ B ਜਾ ਰਹੇ ਹਾਂ, E ਤੋਂ ਆਪਾਂ D ਜਾ ਰਹੇ ਹਾਂ, B ਤੋਂ ਆਪਾਂ C ਜਾ ਰਹੇ ਹਾਂ ਐਂਡ C ਤੋਂ D ਜਾ ਰਹੇ ਹਾਂ, B ਤੋਂ C ਐਂਡ B ਤੋਂ B ਹੀ ਜਾ ਰਹੇ ਹਾਂ। ਇੱਕ ਡਾਇਰੈਕਟਡ ਗ੍ਰਾਫ ਦੇ ਵਿੱਚ ਆਪਣੇ ਕੋਲੇ ਈਚ ਐਲੀਮੈਂਟ E ਮੀਨਸ E ਨੂੰ ਆਪਾਂ ਐਜ ਕਹਿ ਰਹੇ ਹਾਂ। ਠੀਕ ਹੈ, ਹਰ ਇੱਕ ਈ ਜੀ ਦਾ ਮਤਲਬ ਤਾਂ ਕੀ ਹੈ, ਇੱਕ ਪੂਰਾ ਸਾਰੀਆਂ ਐਜਿਸ ਦਾ ਸੈੱਟ ਨੂੰ ਆਪਾਂ ਇਕੱਠਾ ਕਰਕੇ ਲਿਖਿਆ ਹੋਇਆ। ਉਹਦੇ ਵਿੱਚ ਹਰ ਇੱਕ ਐਜ, ਜਿਵੇਂ ਹੁਣ ਈ ਜੀ ਦੇ ਵਿੱਚ ਕੀ ਆਏਗਾ ਆਪਣੇ ਕੋਲੇ E1 E2 E3 ਅਪ ਟੂ E7 ਤੱਕ। ਤਾਂ E1 E2 ਇਹ ਸਾਰੀਆਂ ਕੀ ਨੇ ਇਸਦੇ ਈ ਜੀ ਦੀਆਂ ਐਲੀਮੈਂਟਸ ਨੇ, ਇਸ ਲਈ ਲਿਖਿਆ ਹੋਇਆ ਈਚ ਐਲੀਮੈਂਟ E ਆਫ ਈ ਜੀ ਇਜ਼ ਅਸਾਈਨਡ ਆਰਡਰ ਪੇਅਰ। ਮਤਲਬ A ਤੋਂ B ਤੱਕ ਕੀ ਹੈਗਾ E1 ਆ। ਐਰੋ ਨਾਲ ਆਪਣਾ ਸਟਾਰਟਿੰਗ ਪੁਆਇੰਟ ਦੱਸੇ ਤਾਂ ਉਸ ਨੂੰ ਆਪਾਂ ਕਹਿੰਦੇ ਹੈਗੇ ਡਾਇਰੈਕਟਡ ਗ੍ਰਾਫ, ਜਿਸ ਦੇ ਵਿੱਚ ਜਿੱਦਾਂ ਹੁਣ A ਤੋਂ B ਜਾ ਰਿਹਾ ਤਾਂ A ਆਪਣਾ ਇਨੀਸ਼ੀਅਲ ਵਰਟੈਕਸ ਆ ਅਤੇ B ਆਪਣਾ ਟਰਮੀਨਲ ਵਰਟੈਕਸ ਆ ਇੱਕ ਐਜ E1 ਦਾ। ਠੀਕ ਹੈ, ਐਡਜੈਸੈਂਟੀ ਵਰਟੈਕਸ ਕਿਹੜੇ ਹੁੰਦੇ ਨੇ, ਜਿਹੜੇ ਮਤਲਬ ਕਿ ਜਿੱਦਾਂ ਹੁਣ ਇਸ ਨੂੰ ਇਸ ਐਜ ਨਾਲ ਨੋਟ ਕਰ ਰਹੇ ਹਾਂ। ਟੂ ਵਰਟੈਕਸ U ਐਂਡ B ਆਫ ਗ੍ਰਾਫ ਇਜ਼ ਸੈਡ ਟੂ ਬੀ ਐਡਜੈਸੈਂਟ ਕਹਿੰਦੇ ਆ ਇਫ ਦੇਅਰ ਇਜ਼ ਐਨ E ਐਜ, ਠੀਕ ਹੈ, ਕਾਮਨ ਹੋਵੇ ਯੂ ਵੀ ਦੇ ਵਿਚਕਾਰ, ਅੱਗੇ ਯੂ ਵੀ ਦੇ ਵਿੱਚ ਹੀ ਅੱਗੇ ਨੈਕਸਟ ਹੋਵੇ ਐਂਡ ਆਲਸੋ ਦਾ ਐਜ ਈ ਇਜ਼ ਸੈਡ ਟੂ ਬੀ ਇੰਸੀਡੈਂਟ ਈਚ ਆਫ ਇਟਸ। ਜਿੱਦਾਂ ਦੇਖੋ ਹੁਣ E1 ਐਜ ਏ ਬੀ ਦੀ ਆ, ਆਲਸੋ ਦਾ ਵਰਟੈਕਸ ਏ ਡੀ ਆਰ ਨੋਟ ਐਡਜੈਸੈਂਟ ਸੋ ਦੇਅਰ ਇਜ਼ ਨੋ ਐਜ। ਮਤਲਬ ਜਿੱਦਾਂ A ਤੋਂ ਆਪਾਂ B ਗਏ, B ਤੋਂ ਆਪਾਂ C ਗਏ, ਠੀਕ ਹੈ, ਤਾਂ ਇਹ ਆਪਣਾ B ਕੀ ਹੈ ਐਡਜੈਸੈਂਟ ਮੈਟ੍ਰਿਕਸ ਹੈਗਾ। ਇੱਥੇ ਆਪਣੇ ਕੋਲੇ ਇੱਧਰੋਂ ਇੱਧਰ ਨਹੀਂ ਜਾ ਰਹੇ, ਇਸ ਲਈ ਇਹ ਐਡਜੈਸੈਂਟ ਵਰਟੈਕਸ ਨਹੀਂ ਹੈਗਾ। ਹਰ ਇੱਕ ਵਰਟੈਕਸ ਦੀ ਨਾਲ ਐਜ ਹੋਣੀ ਚਾਹੀਦੀ ਆ, ਤਾਂ ਉਸ ਨੂੰ ਆਪਾਂ ਐਡਜੈਸੈਂਟ ਵਰਟੈਕਸ ਕਹਿੰਦੇ ਹੈਗੇ। ਲੂਪ ਕੀ ਹੁੰਦਾ, ਜਿਵੇਂ ਹੁਣ ਇੱਥੇ B ਤੋਂ B 'ਤੇ ਹੀ ਜਾ ਰਹੇ ਹਾਂ ਆਪਾਂ, ਤਾਂ ਇਹ B ਤੋਂ ਸਟਾਰਟ ਹੋ ਕੇ B 'ਤੇ ਖਤਮ ਹੋ ਗਏ, ਇਸ ਨੂੰ ਆਪਾਂ ਲੂਪ ਕਹਿੰਦੇ ਹੈਗੇ। ਸਟਾਰਟਿੰਗ ਪੁਆਇੰਟ ਇਨੀਸ਼ੀਅਲ ਐਂਡ ਟਰਮੀਨਲ ਪੁਆਇੰਟ ਸੇਮ ਹੋਊਗਾ। ਆਈਸੋਲੇਟਡ ਵਰਟੈਕਸ, ਇੱਕ ਵਰਟੈਕਸ ਨੂੰ ਆਪਾਂ ਗ੍ਰਾਫ G ਦੇ, ਠੀਕ ਹੈ, ਇਜ਼ ਨੋਟ ਜੁਆਇੰਡ ਐਨੀ ਵਰਟੈਕਸ ਬਾਈ ਐਨੀ ਐਜ, ਉਸ ਨੂੰ ਆਪਾਂ ਕਹਿੰਦੇ ਹਾਂ ਮਤਲਬ ਕੋਈ ਇੱਕ ਵਰਟੈਕਸ, ਜਿੱਦਾਂ ਹੁਣ ਆਪਣੇ ਕੋਲ ਇਹ ਐਕਸ ਆ, ਇਹ ਕਿਸੇ ਨਾਲ ਜੁਆਇਨ ਨਹੀਂ ਹੈਗਾ, ਇਸ ਲਈ ਇਹ ਆਈਸੋਲੈਸ ਵਰਟੈਕਸ ਹੈਗਾ। ਠੀਕ ਹੈ, ਪੈਰਲਰ ਐਜਸ, ਜਿਵੇਂ ਹੁਣ ਆਪਣੇ ਕੋਲੇ C ਤੋਂ D ਜਾ ਰਹੇ ਹਾਂ, E3 ਐਜ ਆ, ਇੱਕ C ਤੋਂ D ਜਾ ਰਹੇ ਹਾਂ E4 ਆ, ਇਸ ਲਈ E3 ਅਤੇ E6 ਆ। E3 ਐਂਡ E6 ਕੀ ਨੇ ਆਪਣੇ ਕੋਲੇ ਪੈਰਲਰ ਐਜਸ ਨੇ। ਇੰਸੀਡੈਂਸ ਮੈਟ੍ਰਿਕਸ ਮਤਲਬ ਕੀ ਹੁੰਦਾ, ਇੱਕ ਐਜ E ਗ੍ਰਾਫ ਦੇ ਵਿੱਚ ਉਹਨੂੰ ਆਪਾਂ ਇੰਸੀਡੈਂਟ ਕਹਾਂਗੇ ਵਿਦ ਦਾ ਵਰਟੈਕਸ B ਇਫ ਉਸ ਵਰਟੈਕਸ ਤੋਂ ਬਾਅਦ ਕੋਈ ਐਜ ਨਾ ਜਾਵੇ, ਠੀਕ ਹੈ, ਉੱਥੇ ਜਾ ਕੇ ਹੀ ਐਂਡ ਹੋ ਜੇ, ਤਾਂ ਉਸ ਨੂੰ ਆਪਾਂ ਇੰਸੀਡੈਂਸ ਕਹਾਂਗੇ। ਐਡਜੈਸੈਂਟ ਐਜਸ ਕੀ ਹੁੰਦੀਆਂ ਨੇ, ਦੋ ਨੋਨ ਪੈਰਲਰ ਐਜਸ ਨੇ ਗਿਆ, ਠੀਕ ਹੈ, ਆਫ ਦਾ ਗ੍ਰਾਫ। ਪੈਰਲਰ ਤਾਂ ਇਹੀ ਹੁੰਦੀਆਂ ਨੇ ਵੀ ਇੱਕ ਆ ਐਜ ਜਾ ਰਹੀ ਹੈ ਇੱਕ ਨੈਕਸਟ, ਪਰ ਉੱਧਰੋਂ ਕੋਈ ਨੈਕਸਟ ਐਜ, ਜਿਵੇਂ ਇਹ ਦੋਨੋਂ ਐਜ, ਠੀਕ ਹੈ, ਨੋਨ ਪੈਰਲਰ ਨਹੀਂ। ਆਫ ਦਾ ਗ੍ਰਾਫ ਆਰ ਕਾਲਡ, ਉਹਨੂੰ ਐਡਜੈਸੈਂਟ ਕਹਿੰਦੇ ਆ ਜੇਕਰ ਉਹਨਾਂ ਦੇ ਵਿੱਚ ਵਨ ਵਰਟੈਕਸ ਕਾਮਨ ਆਏਗਾ। ਠੀਕ ਹੈ, ਨੈਕਸਟ ਹੁਣ ਆਪਣੇ ਕੋਲੇ ਟਾਈਪਸ ਨੇ ਗ੍ਰਾਫ ਦੀਆਂ। ਪਹਿਲਾਂ ਸਿੰਪਲ ਗ੍ਰਾਫ। ਸਿੰਪਲ ਗ੍ਰਾਫ ਉਹ ਹੁੰਦਾ ਹੈਗਾ ਜਿਸ ਦੇ ਵਿੱਚ ਲੂਪ ਵਗੈਰਾ ਨਹੀਂ ਹੁੰਦਾ। ਇੱਕ ਤਾਂ ਜਿਵੇਂ ਆਹ ਕੰਡੀਸ਼ਨ ਨਹੀਂ ਹੋਊਗੀ, ਇੱਕ ਇਹ ਕੰਡੀਸ਼ਨ ਨਾ ਹੋਵੇ, ਤਾਂ ਉਹਨੂੰ ਕਹਾਂਗੇ ਆਪਾਂ ਸਿੰਪਲ। ਨਾਈਦਰ ਲੂਪ ਨੋਰ ਪੈਰਲਰ ਐਜ, ਉਹ ਹੋਏਗਾ ਆਪਣਾ ਇਹ ਦੋਨੋਂ ਸਿੰਪਲ ਗ੍ਰਾਫ ਨੇ। ਜਰਨਲ ਗ੍ਰਾਫ, ਜਿਹਦੇ ਵਿੱਚ ਆਪਣੇ ਕੋਲ ਲੂਪ ਵੀ ਹੋ ਸਕਦਾ ਹੈਗਾ, ਪੈਰਲਰ ਐਜਸ ਵੀ ਹੋ ਸਕਦੀ ਹੈ, ਉਸ ਨੂੰ ਆਪਾਂ ਜਰਨਲ ਗ੍ਰਾਫ ਕਹਿੰਦੇ ਹਾਂ। ਕੰਪਲੀਟ ਗ੍ਰਾਫ, ਇੱਕ ਸਿੰਪਲ ਗ੍ਰਾਫ ਨੂੰ ਦੇਅਰ ਐਗਜ਼ਿਸਟ ਐਨ ਐਜ, ਹਰ ਇੱਕ ਵਰਟੈਕਸ ਦੇ ਵਿੱਚ ਇੱਕ ਐਜ ਹੋਵੇ ਤਾਂ ਉਹ ਕੰਪਲੀਟ ਗ੍ਰਾਫ ਹੈ। ਇਹ ਕੰਪਲੀਟ ਗ੍ਰਾਫ ਨਹੀਂ ਹੈਗਾ, ਇਹ ਆਪਣਾ ਕੰਪਲੀਟ ਗ੍ਰਾਫ ਹੈਗਾ।
ਨੈਕਸਟ ਤੁਹਾਡਾ ਵੇਟਡ ਗ੍ਰਾਫ। ਵੇਟਡ ਗ੍ਰਾਫ ਦਾ ਮਤਲਬ ਕੀ ਹੁੰਦਾ ਵੀ ਉਰੇ E1 E2 ਐਜ ਨਹੀਂ ਦਿੱਤੀ ਹੋਈ ਤੁਹਾਨੂੰ ਡਿਸਟੈਂਸ ਦਿੱਤਾ ਹੋਇਆ, ਜਿੱਦਾਂ ਵੀ A ਤੋਂ B ਪੁਆਇੰਟ ਦਾ, B ਤੋਂ C ਪੁਆਇੰਟ ਦਾ, ਤਾਂ ਉਸ ਪੁਆਇੰਟ ਗ੍ਰਾਫ ਨੂੰ ਆਪਾਂ ਵੇਟਡ ਗ੍ਰਾਫ ਕਹਿੰਦੇ ਹਾਂ। ਫਨਾਈਟ ਗ੍ਰਾਫ ਕੀ ਹੁੰਦਾ, ਜਿਹਦੇ ਵਿੱਚ ਫਨਾਈਟ ਵਰਟੈਕਸ ਨੇ, ਫਨਾਈਟ ਹੀ ਐਜਸ ਨੇ। ਇਨਫਾਈਨਾਈਟ ਦੇਖੋ ਇਹ ਵਰਟੈਕਸ ਜਿੱਦਾਂ ਕ੍ਰੋਸ ਹੋਈ ਜਾਣਗੇ ਤਾਂ ਉਹ ਇਨਫਾਈਨਾਈਟ ਹੈਗਾ। ਆਰਡਰ ਕੀ ਹੁੰਦਾ ਇੱਕ ਜੀ ਗ੍ਰਾਫ ਦਾ, ਦੈਨ ਨੰਬਰ ਆਫ ਵਰਟੈਕਸ, ਜਿੰਨੇ ਵੀ ਵਰਟੈਕਸ ਨੇ ਜਿਵੇਂ 1 2 3 4, ਤੇ ਇਸ ਦਾ ਆਰਡਰ ਕਿੰਨਾ ਗਾ 4 ਆਰਡਰ ਹੈਗਾ। ਡੈਫਾਈਨ ਟਰਾਈਵਲ ਗ੍ਰਾਫ, ਨਲ ਜਾਂ ਐਮਟੀ ਗ੍ਰਾਫ, ਜਿਹਦੇ ਕੋਲੇ ਇਸ ਦਾ ਗ੍ਰਾਫ ਵਿਦ ਵਰਟੈਕਸ, ਮਤਲਬ ਜੇ ਕੋਈ ਵਰਟੈਕਸ ਵੀ ਨਹੀਂ ਐਜ ਵੀ ਨਹੀਂ ਤਾਂ ਉਹ ਨਲ ਗ੍ਰਾਫ ਹੈਗਾ। ਐਜ ਇਨ ਸੀਰੀਜ਼, ਵੈਨ 2 ਐਜਿਸ ਇਨ ਗ੍ਰਾਫ ਹੈਵ ਐਗਜ਼ੈਕਟਲੀ 1 ਵਰਟੈਕਸ ਕੋਮਨ ਐਂਡ ਦਿਸ ਵਰਟੈਕਸ ਆਫ ਡਿਗਰੀ 2, ਜਿੱਦਾਂ ਹੁਣ ਆਪਣੇ ਕੋਲੇ ਆਹ ਸੀ ਗ੍ਰਾਫ ਐਵੇਂ ਜਾ ਰਿਹਾ, ਇਸ ਵਰਟੈਕਸ ਦੀ ਇੱਕ ਇਹ ਐਜ ਆ ਰਹੀ ਆ, ਇੱਕ ਇਹਨਾਂ ਦੋਨਾਂ ਐਜਿਸ ਦੇ ਵਿਚਕਾਰ ਆਪਣੇ ਕੋਲ ਇੱਕ ਵਰਟੈਕਸ ਕਾਮਨ ਆ, ਤਾਂ ਇਸ ਵਰਟੈਕਸ ਦੀ ਡਿਗਰੀ ਹੁਣ ਕੀ ਹੋਗੀ, ਇੱਧਰੋਂ ਵੀ ਜੁਆਇਨ ਹੋ ਰਿਹਾ ਹੈ ਇੱਧਰੋਂ ਵੀ, ਤੇ ਇਹਦੀ ਡਿਗਰੀ 2 ਆ, ਇਸ ਲਈ ਇਹਨੂੰ ਕਹਾਂਗੇ ਐਜਿਸ ਕੀ ਨੇ ਜਾਂ ਸੀਰੀਜ਼ ਦੇ ਵਿੱਚ ਨੇ। ਨੈਕਸਟ ਟੌਪਿਕ ਆ ਗਿਆ ਤੁਹਾਡਾ ਡਿਗਰੀ ਇਨ ਗ੍ਰਾਫ। ਡਿਗਰੀ ਇਨ ਗ੍ਰਾਫ ਦਾ ਮਤਲਬ ਕੀ ਹੁੰਦਾ, ਇਹਨੂੰ ਆਪਾਂ ਦੋ ਟਾਈਪਸ ਦੇ ਵਿੱਚ ਡਿਨੋਟ ਕਰਦੇ ਹਾਂ, ਇਨ ਡਿਗਰੀ ਐਂਡ ਆਊਟ ਡਿਗਰੀ। ਦੇਖੋ ਜਿਵੇਂ ਹੁਣ A ਤੋਂ ਲੈ ਕੇ B ਤੱਕ ਜਾ ਰਹੇ ਹਾਂ ਆਪਾਂ, ਇਹਦਾ ਮਤਲਬ A ਤੋਂ ਜਾ ਰਹੇ ਹਾਂ, ਆਊਟ ਹੋ ਰਹੇ ਹਾਂ, ਇਸ ਲਈ A ਦੀ ਇਹ ਆਊਟ ਡਿਗਰੀ ਆ E1, ਐਂਡ B ਦੀ B 'ਚ ਆ ਰਹੇ ਹਾਂ ਆਪਾਂ, ਇਸ ਲਈ B ਦੀ ਇਹ ਇਨ ਡਿਗਰੀ ਆ। ਸੇਮ ਐਵੇਂ ਹੀ A ਤੋਂ C ਤੱਕ ਜਾ ਰਹੇ ਹਾਂ, ਇਸ ਲਈ A ਦੀ ਆਊਟ ਡਿਗਰੀ E4 1 ਹੈਗੀ, ਐਂਡ C ਦੀ ਇਹ ਇਨ ਡਿਗਰੀ ਆ। ਮੀਨਸ ਇੱਕ ਐਜ ਨੂੰ ਆਪਾਂ 2 ਵਾਰੀ ਕਾਊਂਟ ਕਰ ਦਿਆਂਗੇ। ਹੁਣ ਆਪਣੇ ਕੋਲ ਦੇਖੋ ਡਿਗਰੀ ਆਫ A ਤੋਂ ਆਪਾਂ 1 2 ਜਾ ਰਹੀਆਂ ਨੇ, ਆਊਟ ਡਿਗਰੀ ਇਹਦੀ 2 ਆ, ਅੱਗੇ B ਦੀ ਆਊਟ ਡਿਗਰੀ 1 ਜਾ ਰਹੀ ਆ, ਠੀਕ ਹੈ। ਅੱਗੇ ਆਪਣੇ ਕੋਲ B ਦੇ ਵਿੱਚ ਦੇਖੋ B ਦੀ ਆਪਣੀ ਆਊਟ ਡਿਗਰੀ 1 ਆ ਗਈ, ਠੀਕ ਹੈ, B ਦੀ ਆਊਟ ਡਿਗਰੀ 1 ਆ। C ਦੇ ਵਿੱਚ ਆਪਣੇ ਕੋਲੇ ਆਊਟ ਡਿਗਰੀਆਂ 2 ਨੇਗੀਆਂ, ਠੀਕ ਹੈ। ਐਵੇਂ ਹੀ D ਦੀਆਂ ਆਊਟ ਡਿਗਰੀਆਂ ਕਿੰਨੀਆਂ ਨੇਗੀਆਂ, ਆਊਟ ਡਿਗਰੀ ਦੇਖ ਰਹੇ ਆਪਾਂ ਪਹਿਲਾਂ, D ਦੀ 0 ਆ ਆਊਟ ਡਿਗਰੀ, ਠੀਕ ਹੈ। ਐਵੇਂ ਸਾਰੇ ਲਿਖ ਲਏ। ਹੁਣ ਇਸ ਤੋਂ ਬਾਅਦ ਇਨ ਡਿਗਰੀ ਦੇਖ ਲਓ, A ਦੀ 0 ਆ ਗਈ, B ਦੀਆਂ ਆਪਣੇ ਕੋਲ 1 ਆ ਰਿਹਾ, 1 ਆ ਰਹੀ ਆ, ਦੈਨ 1 ਹੋਏਗੀ। C ਦੇ ਆਪਣੇ ਕੋਲ 1 ਆ ਰਹੀ ਆ, 1 ਇਨ ਡਿਗਰੀ ਆ। D 'ਚ 1 2 3 ਆ ਰਹੇ ਨੇ, ਇਸ ਲਈ D ਦੀ 3 ਆਊਟ ਡਿਗਰੀ ਆ। ਇਸ ਦੇ ਅਕੋਰਡਿੰਗ ਡਿਨੋਟ ਕਰਨਾ। ਅਗਰ ਆਪਾਂ ਨੇ ਟੋਟਲ ਡਿਗਰੀ ਕਾਊਂਟ ਕਰਨੀ ਹੈ ਤਾਂ ਇਨ ਡਿਗਰੀ ਅਤੇ ਆਊਟ ਡਿਗਰੀ ਦੋਨਾਂ ਦਾ ਪਲੱਸ ਕਰ ਲਾਂਗੇ, ਤਾਂ ਉਹ ਆਪਣੀ A ਵਰਟੈਕਸ ਦੀ ਡਿਗਰੀ ਹੋਏਗੀ, ਠੀਕ ਹੈ। ਮਤਲਬ A ਦੇ ਨਾਲ ਐਵੇਂ ਲਗਾ ਲਓ 1 2 3 4 ਐਜਿਸ ਕਨੈਕਟ ਨੇ, ਅਤੇ ਇਹਦੀ ਡਿਗਰੀ 4 ਆ ਗਈ। B ਦੀ 1 2 3 ਡਿਗਰੀ, ਇਸ ਅਕੋਰਡਿੰਗ ਆਪਾਂ ਸੋਲਵ ਕਰ ਲਾਂਗੇ, ਠੀਕ ਹੈ। ਨੈਕਸਟ ਆ ਗਿਆ ਤੁਹਾਡਾ ਰੈਗੂਲਰ ਗ੍ਰਾਫ। ਇੱਕ ਗ੍ਰਾਫ ਨੂੰ ਆਪਾਂ ਵਿਦ ਆਲ ਵਰਟੈਕਸ ਨੇ ਆਫ ਸੇਮ ਡਿਗਰੀ, ਮਤਲਬ ਹਰ ਇੱਕ ਵਰਟੈਕਸ ਦੀ ਸੇਮ ਡਿਗਰੀ ਆ ਜੇ ਤਾਂ ਉਸਨੂੰ ਰੈਗੂਲਰ ਗ੍ਰਾਫ ਕਹਿੰਦੇ। ਜਿਵੇਂ ਇਹਦੀ A ਦੀ 1 ਡਿਗਰੀ ਹੈ, B ਦੀ ਵੀ 1 ਤਾਂ 1 ਰੈਗੂਲਰ ਗ੍ਰਾਫ ਆ। A ਦੀਆਂ 2 ਡਿਗਰੀਜ਼ ਨੇ, ਇਸ B ਦੀਆਂ ਵੀ 2 ਨੇ, C ਦੀਆਂ ਵੀ 2 ਨੇ, ਅਤੇ ਇਸ ਲਈ 2 ਰੈਗੂਲਰ ਗ੍ਰਾਫ ਆ। ਹਰ ਇੱਕ ਵਰਟੈਕਸ ਦੀ ਸੇਮ ਡਿਗਰੀ ਆਉਣੀ ਚਾਹੀਦੀ ਹੈ, ਤਾਂ ਹੀ ਆਪਣਾ ਗ੍ਰਾਫ ਨੂੰ ਆਪਾਂ ਰੈਗੂਲਰ ਗ੍ਰਾਫ ਕਹਿੰਦੇ ਹਾਂ। ਇੱਕ ਤੁਹਾਡੀ ਥਿਓਰਮ ਹੈ ਵੀ ਜਿਹਦੇ ਆਪਾਂ ਸਮ ਆਫ ਡਿਗਰੀ ਦਾ ਹਰ ਵਰਟੈਕਸ ਦਾ ਉਹ ਕੀ ਹੋਊਗਾ ਟਵਾਈਸ ਦਾ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਇੱਕ ਗ੍ਰਾਫ ਦੇ ਵਿੱਚ ਐਜਸ ਨੂੰ ਆਪਾਂ ਟਵਾਈਸ ਵਾਰ ਕਾਊਂਟ ਕਰਦੇ ਹਾਂ, ਇਸ ਲਈ ਜਿੰਨੀਆਂ ਵੀ ਐਜਸ ਨੇ ਉਹਦੀ ਆਪਣਾ ਡਬਲ ਹੁੰਦੀ ਹੈਗੀ ਡਿਗਰੀ, ਸਾਰੀਆਂ ਟੋਟਲ ਅਗਰ ਪਲੱਸ ਕਰਦੇ ਹਾਂ, ਸਮ ਕਰਦੇ ਹਾਂ ਸਾਰੀਆਂ ਡਿਗਰੀਜ਼ ਦਾ, ਤਾਂ ਕੀ ਹੋਊਗੀ ਜਿੰਨੀਆਂ ਐਜਸ ਨੇ ਉਹਦਾ ਟਵਾਈਸ। ਕਿਉਂਕਿ ਆਪਾਂ ਦੇਖੋ ਹੁਣ E ਇੱਕ ਐਜ ਆ ਗਈ B1 B2 ਦੀ, ਹੁਣ ਇੱਕ ਵਾਰੀ B1 ਦੀ ਡਿਗਰੀ E ਆ, ਚਾਹੇ ਇਨ ਡਿਗਰੀ ਆ ਚਾਹੇ ਆਊਟ ਡਿਗਰੀ ਆ, ਉਸ ਅਕੋਰਡਿੰਗ ਇੱਕ B2 ਦੀ ਵੀ ਡਿਗਰੀ E ਆ, ਇਸ ਲਈ 2 ਵਾਰੀ ਕਾਊਂਟ ਹੋਊਗੀ। ਤਾਂ ਹਰ ਇੱਕ ਡਿਗਰੀ 2 ਵਾਰੀ ਕਾਊਂਟ ਹੋ ਰਹੀ ਹੈ, ਅਤੇ ਇਸ ਲਈ ਕਿੰਨਾ ਹੋਊਗਾ ਟਵਾਈਸ ਦਾ ਨੰਬਰ ਆਫ ਐਜਸ। ਨੈਕਸਟ ਕੀ ਹੈ, ਇੱਕ ਗ੍ਰਾਫ ਦੇ ਵਿੱਚ ਵਰਟੈਕਸ ਦੀ ਔਡ ਡਿਗਰੀ ਆ, ਠੀਕ ਹੈ। ਗ੍ਰਾਫ ਦਾ ਨੰਬਰ ਮਤਲਬ ਅਗਰ ਆਪਣੇ ਕੋਲੇ ਵਰਟੈਕਸ ਔਡ ਨੇ, ਠੀਕ ਹੈ, ਆਫ ਔਡ ਡਿਗਰੀ, ਉਹਦੀ ਕੀ ਹੋਏਗੀ ਈਵਨ ਹੋਏਗਾ। B1 ਤੋਂ ਲੈ ਕੇ Bn ਤੱਕ ਆਪਣੇ N ਵਰਟੈਕਸ ਨੇ, E ਐਜਸ ਨੇ ਆਪਣੇ ਕੋਲੇ, ਦੈਨ ਥਿਓਰਮ ਤੋਂ ਤੁਹਾਨੂੰ ਪਤਾ ਹੈਗਾ। ਹੁਣ ਇਸ ਦੇ ਵਿੱਚ ਦੇਖੋ ਇੱਧਰ 2 ਨਾਲ ਮਲਟੀਪਲਾਈ ਹੋ ਰਿਹਾ, ਇਟ ਮੀਨਸ ਕੀ ਹੈਗਾ ਇਹ ਈਵਨ ਨੰਬਰ ਆ। ਇਹ ਸੋ ਕਰਨ ਸੇ ਆਪਾਂ ਨੇ ਵੀ ਸਮ ਆਫ ਡਿਗਰੀਜ਼ ਕਿਹਦੇ ਕੋਲ ਆਉਂਦਾ ਹੁੰਦਾ ਹੈਗਾ ਈਵਨ ਨੰਬਰ ਦੇ ਉੱਪਰ। ਨੈਕਸਟ ਦੇਖੋ ਤੁਹਾਡੇ ਐਗਜ਼ਾਮਪਲਸ ਨੇ, ਮਤਲਬ ਇਹ ਦੇਖਣਾ ਵੀ ਸਿੰਪਲ ਗ੍ਰਾਫ ਹੈਗਾ, ਹੁਣ ਇਸ ਦੇ ਵਿੱਚ ਲੂਪ ਆ ਇਸ ਲਈ ਸਿੰਪਲ ਗ੍ਰਾਫ ਨਹੀਂ ਹੈਗਾ। ਇਹਦੀ ਡਿਗਰੀ ਦੇਖਣੀ ਹਰ ਇੱਕ ਵਰਟੈਕਸ ਦੀ, B1 ਦੀ ਕਿੰਨੀ ਆ 1 2, ਇਨ ਦਾ ਆਊਟ ਡਿਗਰੀ ਨਾ ਹੀ ਦੇਖਿਓ, ਡਾਇਰੈਕਟ ਦੇਖ ਲਓ ਵੀ 1 2 3 ਡਿਗਰੀ ਆ। B2 ਦੀ 1 2 3 ਆ, ਠੀਕ ਹੈ। B4 ਦੀ ਆਪਣੇ ਕੋਲੇ 1, ਇਹਨੂੰ ਲੂਪ ਨੂੰ ਇੱਕ ਵਾਰ
ठीक है। B4 ਦੀ देखियो 1 2 इस नूं 2 वारी काउंट करना हुंदा अपने लूप नूं 2 वारी काउंट करना डिग्री दे विच ते इहदी 4 आऊगी। B5 ਦੀ अपने कोले 1 है, B3 ਦੀ 1 2 3 आ, तो उसके अकॉर्डिंग सारिਆਂ ਦਾ सम करांगे आपां तो कितना होगा 1 2 3 4 सारिਆਂ ਨੂੰ ट्वाइस कर लियो। ठीक है, तो हम देखो सारी डिग्रीज़ का अपने प्लस किया तो कितना आ जू अपने को 14 आ गया। 7 अपने को एजिज ने इसलिए ट्वाइस द नंबर ऑफ एजिज के इक्वल आ गया। हुण तुसीं ये अपने को एग्जाम्पल्स कर लियो। ठीक है, ये एक्सरसाइज कंप्लीट कर लियो तुसीं अपनी सारी दी सारी इत्थे तक।